Good morning, students. My name is Ekam Singh. I am math master at Government Senior Secondary School, Channo. Today we will discuss about Eluard's division algorithm, Euclid-Bund algorithm. Eluard's division algorithm या Euclid-Bund algorithm is concerned with the HCF of two numbers। ਭਾਵ ਯੂਕਲਿਡ ਵੰਡ ਐਲਗੋਰਿਥਮ ਦਾ ਸੰਬੰਧ ਦੋ ਸੰਖਿਆਵਾਂ ਦੇ HCF ਦੇ ਨਾਲ ਹੈ। ਇਸ ਲਈ ਅਸੀਂ ਯੂਕਲਿਡ ਵੰਡ ਐਲਗੋਰਿਥਮ ਦੀ ਵਰਤੋਂ ਕਿਸੇ ਵੀ ਦੋ ਸੰਖਿਆਵਾਂ ਦੇ HCF ਨੂੰ ਪਤਾ ਕਰਨ ਦੇ ਲਈ ਕਰ ਸਕਦੇ ਹਾਂ। ਡਿਵੀਜ਼ੀਬਿਲਟੀ ਆਫ ਇੰਟੀਜਰਸ Eluard's division algorithm या यूक्लिड वंड एल्गोरिथम डिविजिबिलिटी ऑफ इंटीजर नाल संबंधित है। It states that any positive integer a can be divided with another integer in such a way that it leaves a remainder r which is less than a। ਇਸ ਤੋਂ ਭਾਵ ਇਹ ਹੈ ਕਿ ਕਿਸੇ ਧਨਾਤਮਕ ਸੰਪੂਰਨ ਸੰਖਿਆ a ਨੂੰ ਕਿਸੇ ਹੋਰ ਧਨਾਤਮਕ ਸੰਪੂਰਨ ਸੰਖਿਆ b ਨਾਲ ਇਸ ਤਰੀਕੇ ਨਾਲ ਭਾਗ ਕੀਤਾ ਜਾ ਸਕਦਾ ਹੈ ਕਿ ਭਾਗ ਕਰਨ 'ਤੇ r ਬਾਕੀ ਬਚੇ ਜੋ ਕਿ a ਨਾਲੋਂ ਛੋਟਾ ਹੋਵੇ। ਇਸ ਤੋਂ ਭਾਵ ਇਹ ਹੋਇਆ ਕਿ ਜੇ ਅਸੀਂ ਕਿਸੇ ਇੱਕ ਸੰਪੂਰਨ ਸੰਖਿਆ a ਨੂੰ ਦੂਸਰੀ ਸੰਪੂਰਨ ਸੰਖਿਆ b ਨਾਲ ਭਾਗ ਕਰਾਂਗੇ ਤਾਂ ਭਾਗ ਕਰਨ 'ਤੇ ਜੋ ਸੰਖਿਆ r ਬਾਕੀ ਬਚੇਗੀ ਉਹ a ਨਾਲੋਂ ਛੋਟੀ ਹੋਵੇਗੀ। ਈਲੂਅਰਡਸ ਡਿਵੀਜ਼ਨ ਲੈਮਾ ਯੂਕਲਿਡ ਵੰਡ ਪ੍ਰਮੇਇਕਾ। ਜੇਕਰ ਅਸੀਂ 27 ਨੂੰ 8 ਨਾਲ ਭਾਗ ਕਰਦੇ ਹਾਂ ਤਾਂ ਜੋ 27 ਹੈ ਉਹ ਸਾਡਾ ਭਾਜ ਅਤੇ ਜੋ 8 ਹੈ ਉਹ ਸਾਡਾ ਭਾਜਕ ਹੈ। 27 ਨੂੰ 8 ਨਾਲ ਭਾਗ ਕਰਨ 'ਤੇ 3 ਆਵੇਗਾ ਅਤੇ ਬਾਕੀ ਵੀ 3 ਬਚੇਗਾ। 3 ਸਾਡਾ ਭਾਗਫਲ ਅਤੇ 3 ਹੀ ਸਾਡਾ ਬਾਕੀ ਹੈ। ਈਲੂਅਰਡਸ ਡਿਵੀਜ਼ਨ ਲੈਮਾ ਈਲੂਅਰਡਸ ਡਿਵੀਜ਼ਨ ਐਲਗੋਰਿਥਮ ਇਹ ਦੋਨੋਂ ਇੱਕ ਦੂਜੇ ਨਾਲ ਸੰਬੰਧਿਤ ਹਨ। ਈਲੂਅਰਡਸ ਡਿਵੀਜ਼ਨ ਲੈਮਾ ਈਲੂਅਰਡਸ ਡਿਵੀਜ਼ਨ ਲੈਮਾ ਦੇ ਵਿੱਚ ਕੀ ਹੈ? ਡਿਵੀਡੈਂਟ ਇਜ਼ ਇਕੁਅਲ ਟੂ ਡਿਵਾਈਜ਼ਰ ਮਲਟੀਪਲਾਈ ਕੋਸ਼ੈਂਟ ਪਲੱਸ ਰਿਮਾਈਂਡਰ। ਭਾਜ ਬਰਾਬਰ ਹੈ ਭਾਜਕ ਗੁਣਾ ਭਾਗਫਲ ਪਲੱਸ ਬਾਕੀ। A बराबर है B गुणा Q प्लस R। Eluard's division algorithm using Eluard's division lemma multiple times to find HCF। ਇਸ ਤੋਂ ਭਾਵ ਇਹ ਹੋਇਆ ਕਿ Eluard's division algorithm ਜਾਂ ਯੂਕਲਿਡ ਵੰਡ ਐਲਗੋਰਿਥਮ ਦੇ ਵਿੱਚ ਅਸੀਂ Eluard's division lemma ਜਾਂ ਯੂਕਲਿਡ ਵੰਡ ਪ੍ਰਮੇਇਕਾ ਦੀ ਵਰਤੋਂ ਵਾਰ-ਵਾਰ ਕਰਾਂਗੇ ਤਾਂ ਕਿ ਅਸੀਂ ਦੋ ਸੰਖਿਆਵਾਂ ਦਾ HCF ਪਤਾ ਕਰ ਸਕੀਏ। ਫਾਈਂਡ HCF ਆਫ 135 ਐਂਡ 255। 135 ਅਤੇ 255 ਦਾ HCF ਪਤਾ ਕਰੋ। Step 1 Applying the division lemma to the 255 and 135 by dividing 255 by 135। ਜੇਕਰ ਅਸੀਂ ਈਲੂਅਰਡ ਡਿਵੀਜ਼ਨ ਲੈਮੇ ਨੂੰ 255 ਅਤੇ 135 ਦੇ ਉੱਤੇ ਵਰਤੋਂ ਕਰਨਾ ਹੈ ਤਾਂ ਅਸੀਂ 135 ਦੇ ਨਾਲ 255 ਨੂੰ ਭਾਗ ਕਰਾਂਗੇ। ਭਾਗ ਕਰਨ 'ਤੇ ਇੱਕ ਭਾਗਫਲ ਅਤੇ ਬਾਕੀ 120 ਆਵੇਗਾ। 255 ਬਰਾਬਰ 135 ਗੁਣਾ 1 ਜੋੜ 120। ਇਸ ਨੂੰ ਅਸੀਂ ਇਸ ਤਰੀਕੇ ਨਾਲ ਲਿਖ ਸਕਦੇ ਹਾਂ। ਸਟੈਪ 2 Now the remainder becomes the divisor and the previous divisor becomes the dividend। ਹੁਣ ਜੋ ਸਾਡਾ ਬਾਕੀ ਸੀ ਉਹ ਸਾਡਾ ਭਾਜਕ ਬਣ ਜਾਵੇਗਾ ਅਤੇ ਜੋ ਭਾਜਕ ਸੀ ਉਹ ਸਾਡਾ ਭਾਜ ਬਣ ਜਾਵੇਗਾ। ਭਾਵ ਅਸੀਂ 255 ਨੂੰ 135 ਨਾਲ ਭਾਗ ਕਰਾਂਗੇ। 135 ਦੇ ਨਾਲ ਭਾਗ ਕਰਨ 'ਤੇ ਇੱਕ ਭਾਗਫਲ ਅਤੇ ਬਾਕੀ 120 ਆਵੇਗਾ। ਹੁਣ ਦੁਬਾਰਾ ਫਿਰ ਜੋ ਸਾਡਾ ਬਾਕੀ 120 ਸੀ ਉਹ ਸਾਡਾ ਭਾਜਕ ਅਤੇ ਜੋ ਸਾਡਾ ਭਾਜਕ ਸੀ ਉਹ ਸਾਡਾ ਭਾਜ ਬਣ ਜਾਵੇਗਾ। ਭਾਵ ਹੁਣ ਅਸੀਂ 135 ਨੂੰ 120 ਦੇ ਨਾਲ ਭਾਗ
करांगे। स्टैप 3 स्टैप 3 दे विच अगेन डिवीजन लैमा इज़ अप्लाइड टू दिस न्यू पेयर ऑफ डिविडेंट एंड डिवाइस। हुण असीं दोबारा फिर भाज अते भाजक दे इस नवे जोड़े दे उत्ते जो साडी इलूएट्स डिवीजन लैमा जां यूक्लिड वंड प्रमेजिका है उसकी वरतों करांगे। ਹੁਣ 120 ਨੂੰ 135 ਦੇ ਨਾਲ ਭਾਗ ਕਰਨ ਤੇ 1 ਆਵੇਗਾ ਤੇ ਬਾਕੀ 15 ਬਚੇਗਾ। ਇਸ ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ 135 ਬਰਾਬਰ 120 ਗੁਣਾ 1 ਜੋੜ 15। ਇਸ ਤੋਂ ਅੱਗੇ ਸਟੈਪ ਨੰਬਰ 4 ਸਟੈਪ ਨੰਬਰ 4 ਦੇ ਵਿੱਚ ਨਾਓ 15 ਇਜ਼ ਆਵਰ ਨਿਊ ਡਿਵਾਈਜ਼ਰ ਐਂਡ 120 इज़ द न्यू डिविडेंड। ਹੁਣ ਜੋ ਸਾਡਾ ਬਾਕੀ 15 ਸੀ ਉਹ ਸਾਡਾ ਨਵਾਂ ਭਾਜਕ ਅਤੇ ਜੋ ਸਾਡਾ ਭਾਜ 120 ਬਣ ਜਾਵੇਗਾ। ਹੁਣ ਅਸੀਂ 120 ਨੂੰ 15 ਦੇ ਨਾਲ ਭਾਗ ਕਰਾਂਗੇ। 120 ਨੂੰ 15 ਦੇ ਨਾਲ ਭਾਗ ਕਰਨ ਤੇ 8 ਆਵੇਗਾ ਤੇ ਬਾਕੀ 0 ਬਚੇਗਾ। ਤਾਂ ਇਸ ਤਰੀਕੇ ਦੇ ਨਾਲ ਅਸੀਂ ਯੂਕਲਿਡ ਵੰਡ ਪ੍ਰਮੇਜਿਕਾ ਜਾਂ ਇਲੂਏਟਸ डिवीजन लैमे की वारी वारी वरतों करांगे। कदों तक वारी वारी वरतों करनी है? जदों तक साडा बाकी 0 नहीं हो जाता। तो जदों साडा बाकी 0 आ जाएगा तो जो साडा डिवाइज़र या भाजक होवेगा वो साडा SCF होवेगा। हुण इस तरीके दे नाल SCF ऑफ 135 एंड 255 इज़ 15। इसलिए 135 ਅਤੇ 255 का SCF 15 आया है। इसी तरह फाइंड SCF ऑफ 420 एंड 148 420 ਅਤੇ 148 ਦਾ SCF ਪਤਾ ਕਰੋ। ਹੁਣ ਜੇਕਰ ਅਸੀਂ 420 ਅਤੇ 148 ਦਾ SCF ਪਤਾ ਕਰਨਾ ਹੈ ਤਾਂ ਅਸੀਂ 420 ਨੂੰ 148 ਦੇ ਨਾਲ ਭਾਗ ਕਰਾਂਗੇ। 420 ਨੂੰ 148 ਦੇ ਨਾਲ ਭਾਗ ਕਰਨ ਤੇ ਭਾਗਫਲ 1 ਤੇ ਬਾਕੀ ਸਾਡਾ 272 ਆਵੇਗਾ, ਜਿਸ ਨੂੰ ਅਸੀਂ ਇਸ ਤਰੀਕੇ ਦੇ ਨਾਲ ਲਿਖ ਸਕਦੇ ਹਾਂ 272 ਗੁਣਾ 1 ਜੋੜ 148। ਹੁਣ ਅਸੀਂ ਜੋ ਸਾਡਾ ਬਾਕੀ 272 ਬਚਿਆ ਹੈ ਉਸ ਨੂੰ ਅਸੀਂ 148 ਦੇ ਨਾਲ ਭਾਗ ਕਰਾਂਗੇ। ਭਾਗ ਕਰਨ ਤੇ ਬਾਕੀ 124 ਬਚੇਗਾ। ਇਸ ਨੂੰ ਅਸੀਂ 272 ਬਰਾਬਰ 148 ਗੁਣਾ 1 ਜੋੜ 124 ਲਿਖਾਂਗੇ। ਹੁਣ ਸਾਡਾ 148 ਨੂੰ ਅਸੀਂ 124 ਦੇ ਨਾਲ ਭਾਗ ਕਰਾਂਗੇ। ਭਾਗ ਕਰਨ ਤੇ ਭਾਗਫਲ 1 ਤੇ ਬਾਕੀ 24 ਆਵੇਗਾ। ਇਸ ਨੂੰ ਅਸੀਂ 148 ਬਰਾਬਰ 124 ਗੁਣਾ 1 ਜੋੜ 24। ਹੁਣ ਅਸੀਂ ਇਸ ਅਗਲੇ ਸਟੈਪ ਦੇ ਵਿੱਚ 124 ਨੂੰ 24 ਨਾਲ ਭਾਗ ਕਰਾਂਗੇ। 124 ਨੂੰ 24 ਨਾਲ ਭਾਗ ਕਰਨ ਦੇ ਉੱਤੇ ਸਾਡਾ ਭਾਗਫਲ 5 ਅਤੇ ਬਾਕੀ 4 ਆਵੇਗਾ। ਇਸ ਨੂੰ ਅਸੀਂ 124 ਬਰਾਬਰ 24 ਗੁਣਾ 5 ਜੋੜ 4 ਲਿਖ ਸਕਦੇ ਹਾਂ। ਇਸ ਤੋਂ ਬਾਅਦ ਅਸੀਂ 24 ਨੂੰ ਹੁਣ 4 ਦੇ ਨਾਲ ਭਾਗ ਕਰਾਂਗੇ। 24 ਨੂੰ 4 ਨਾਲ ਭਾਗ ਕਰਨ ਤੇ ਭਾਗਫਲ 6 ਅਤੇ ਬਾਕੀ 0 ਆਵੇਗਾ। ਇਸ ਨੂੰ ਇਸ ਤਰੀਕੇ ਨਾਲ ਲਿਖਾਂਗੇ 24 ਬਰਾਬਰ ਹੈ 4 ਗੁਣਾ 6 ਜੋੜ 0। ਹੁਣ ਕਿਉਂਕਿ ਬਾਕੀ 0 ਆਇਆ ਹੈ ਤਾਂ ਸਾਡਾ SCF ਇੱਥੇ ਹੀ ਨਿਕਲ ਆਵੇਗਾ। ਤਾਂ ਇੱਥੇ ਸਾਡਾ SCF ਬਰਾਬਰ ਹੈ ਕਿੰਨਾ ਹੋ ਗਿਆ 4। ਇਸ ਤਰੀਕੇ ਦੇ ਨਾਲ ਜੇਕਰ ਅਸੀਂ ਦੋ ਸੰਖਿਆਵਾਂ ਦਾ SCF ਪਤਾ ਕਰਨਾ ਹੋਵੇ ਤਾਂ ਅਸੀਂ ਇਲੂਏਟਸ ਡਿਵੀਜ਼ਨ ਲੈਮੇ ਦੀ ਵਾਰੀ ਉਦੋਂ ਤੱਕ ਵਰਤੋਂ ਕਰਨੀ ਹੈ ਜਦੋਂ ਤੱਕ ਸਾਡਾ ਬਾਕੀ 0 ਨਹੀਂ ਹੋ ਜਾਂਦਾ। ਜਦੋਂ ਸਾਡਾ ਬਾਕੀ 0 ਹੋ ਜਾਵੇਗਾ ਤਾਂ ਜੋ ਸਾਡਾ ਡਿਵਾਈਜ਼ਰ ਜਾਂ ਭਾਜਕ ਹੋਵੇਗਾ ਉਹ ਹੀ ਸਾਡਾ SCF ਆਵੇਗਾ। ਹੁਣ ਅਸੀਂ ਰੀਅਲ ਨੰਬਰ ਚੈਪਟਰ ਦੇ ਵਿੱਚ ਯੂਜ਼ ਇਲੂਏਟਸ ਡਿਵੀਜ਼ਨ ਲੈਮਾ ਐਲਗੋਰਿਥਮ ਟੂ ਫਾਈਂਡ SCF ਤਾਂ ਅਸੀਂ ਇਹ ਸਵਾਲ खुद करके देखने ने। इलूएट्स डिवीजन लैमा या इलूएट डिवीजन एल्गोरिथम की वरतों असी SCF के राही पता करने के लिए करांगे। 135 ते 255, 196 ते 38,220, 867 ते
255। ਹੁਣ ਉਮੀਦ ਹੈ ਕਿ ਤੁਹਾਨੂੰ ਮੇਰੇ ਵੱਲੋਂ ਪੜ੍ਹਾਇਆ ਗਿਆ ਇਹ ਚੈਪਟਰ ਜਾਂ ਕਨਸੈਪਟ ਸਮਝ ਆ ਗਿਆ ਹੋਵੇਗਾ ਅਤੇ ਤੁਸੀਂ ਇਸ ਤਰ੍ਹਾਂ ਇਹਨਾਂ ਸਵਾਲਾਂ ਨੂੰ ਖੁਦ ਹੱਲ ਕਰਕੇ ਦੇਖੋਗੇ। ਅਤੇ ਧੰਨਵਾਦ।